सत श्री अकाल दोस्तों, तुम देख रहे हो बनेरा टीवी ते मैं सुखविंदर शेरगिल। अज जिस मुद्दे ते गलबात करांगे वो लखीमपुर खेरी का जिहड़ा मुद्दा है, खौफनाक तस्वीरां ने जिहड़ियां वो सामने आ रही ने। हुण तक कई जिहड़ियां वीडियो ने वो सोशल मीडिया ते लगातार वायरल हो रही ने, जिस दे विच स्थिति है जिहड़ी वो लगातार स्पष्ट हुंदी हुई दिखाई दिंदी है। पर एक जिहड़ा समझौता वो भी हो चुके हैं ते किसान जथेबंदियां ते प्रशासन के विचाले समझौता होया ते दूसरे पासे आम आदमी पार्टी ने गिरफ्तारी की मांग की है ते केंद्रीय जिहड़े गृह मंत्री ने उन्होंने दे अस्तीफे की भी मांग की है कि उन्होंने अहुदे तो बर्खास्त किया जाए। इन्हां मुद्दों ते गलबात करांगे ते गलबात कर लई साडे नाल जुड़ चुके ने प्रोफैसर रण सिंह धालीवाल जी। धालीवाल साहब बहुत बहुत स्वागत है जी। मेहरबानी जी, मेहरबानी तुहाडी ਸਰੋਤਿਆਂ ਨੂੰ भी सत श्री अकाल जी। धालीवाल साहब, सब तो पहला सवाल यही है कि समझौता हो गया 45 ਲੱਖ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ ਮਿਲੇਗਾ ਤੇ ਨੌਕਰੀ ਮਿਲੇਗੀ, ਪਰ ਸਾਡੇ ਦੇਸ਼ ਦੀ ਇਹ ਬਦਕਿਸਮਤੀ ਰਹੀ ਹੈ ਕਿ ਜਦ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਸਮਝੌਤਿਆਂ ਦੇ ਵਿੱਚ ਬਹਾ ਦਿੱਤਾ ਜਾਂਦਾ ਹੈ। ਜਿਹੜੀ ਹੁਣ ਇੱਕ 60-65 ਸਾਲ ਦੇ ਬਜ਼ੁਰਗ ਸਨ ਜਿਨ੍ਹਾਂ ਨੇ ਘਰ ਦੇ ਵਿੱਚ ਆਰਾਮ ਕਰਨਾ ਸੀ ਤੇ ਜਿਹੜੇ ਦੋ ਨੌਜਵਾਨ ਅਜਿਹੇ ਸਨ ਜਿਨ੍ਹਾਂ ਦੀ 20 ਦੇ ਕਰੀਬ ਏਜ ਸੀ, ਉਹਨਾਂ ਦੇ ਹਲੇ ਵਿਆਹ ਸ਼ਾਦੀਆਂ ਹੋਣੀਆਂ ਸੀ, ਜਸ਼ਨ ਹੋਣੇ ਸੀ ਤੇ ਉਹਨਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸੀ। ਇੱਕ ਕਿਸਾਨ ਨੇ 30-35 ਸਾਲ ਦੇ ਜਿਨ੍ਹਾਂ ਨੇ ਪਿਛਲੇ ਵਰੇ ਉਹਨਾਂ ਦੀ ਮਾਂ ਚਲੀ ਗਈ, ਉਸ ਤੋਂ ਪਹਿਲਾਂ ਜਿਹੜੇ ਮਾਤਾ ਪਿਤਾ ਦੀ ਵੀ ਡੈਥ ਹੋ ਗਈ ਹੈ, 2 ਕੁ ਵਰੇ ਉਹਨਾਂ ਦੀ ਮਾਤਾ ਦੀ ਡੈਥ ਹੁੰਦੀ ਹੈ ਤੇ ਪਿੱਛੇ ਉਹਨਾਂ ਦੇ ਪਿਤਾ ਵੀ ਮਾਤਾ ਕੋਲ ਚਲੇ ਜਾਂਦੇ ਆ ਤੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਤੇ ਬੱਚੇ ਰਹਿ ਗਏ। ਤਾਂ ਜਿਹੜੇ 4 ਡੈਥ ਹੋਈਆਂ ਉਹਨਾਂ ਦੀ ਜਿਹੜੀ ਭਰਪਾਈ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ, ਕਿਉਂਕਿ ਸਮਝੌਤੇ ਅਕਸਰ ਹੁੰਦੇ ਆ, ਅਜਿਹੀਆਂ ਘਟਨਾਵਾਂ ਬਹੁਤ ਸਾਰੇ ਰੇਪ ਕਤਲ ਹੋ ਜਾਂਦੇ ਆ, ਉਸ ਤੋਂ ਬਾਅਦ ਸਮਝੌਤਾ ਕਰ ਦਿੱਤਾ ਜਾਂਦਾ ਹੈ। ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਬਹੁਤ ਰੌਲਾ ਪਾਉਂਦੀਆਂ, ਉਹੀ ਪਾਰਟੀਆਂ ਜਦੋਂ ਸੱਤਾ ਦੇ ਵਿੱਚ ਹੁੰਦੀਆਂ ਨੇ ਤਾਂ ਉਹਨਾਂ ਦੀ ਬੋਲੀ ਬਦਲ ਜਾਂਦੀ ਹੈ। ਅਜਿਹੀਆਂ ਘਟਨਾਵਾਂ ਨੂੰ ਦੇਖਦੇ ਕਿਸ ਤਰ੍ਹਾਂ ਹੋ ਤੁਸੀਂ? देखो, मैनू ये लग रहा है कि मैं थोनों भी बेनती करूँगा कि एक तो इस गल लई ना समझौता शब्द ना वरत्या जाए जी। समझौता ये हुंदा है कि जिथे सानू लग रहा है भी कोई लॉस हो गया लैण देण च, ਉਹ लॉस ਦੇ ਲਈ ਕੋਈ ਘੱਟ ਦਿੰਦਾ ਕੋਈ ਵੱਧ ਦਿੰਦਾ, ਕਿਤੇ ਨਾ ਕਿਤੇ ਸਾਡਾ ਐਗਰੀਮੈਂਟ ਜਾ ਹੋ ਗਿਆ ਕਿ ਆਪਾਂ ਇੰਨੇ ਕੁ ਨਾਲ ਕੰਮ ਚਲਾ ਲਓ ਜੀ ਤਾਂ ਕਿ ਅੱਗੇ ਤੋਂ ਕੁਝ ਠੀਕ ਠਾਕ ਰਹਿ ਸਕੀਏ। ਇਸ ਗੱਲ 'ਚ ਮੈਨੂੰ ਇਹ ਤਾਂ ਨਹੀਂ ਲੱਗਦਾ ਵੀ ਇਹਨੂੰ ਆਪਾਂ ਸ਼ਬਦ ਸਮਝੌਤਾ ਦੇਈਏ। ਹਾਂ, ਸਹਿਮਤੀ ਕੋਈ ਬਣ ਗਈ ਜੀ, ਭਾਵੇਂ ਇਹਨੂੰ ਤੁਸੀਂ ਸਮਝੌਤਾ ਕਹੀ ਜਾਓ, ਪਰ ਸਮਝੌਤਾ ਸ਼ਬਦ ਦਾ ਜਿਵੇਂ ਮੀਡੀਆ 'ਚ ਚੱਲਿਆ ਨਾ ਵੀ ਸ਼ਾਇਦ ਕਿਸਾਨਾਂ ਨੇ ਮੰਨ ਲਿਆ ਜੀ, ਇਹ ਮੰਨ ਲਿਆ। ਮੈਨੂੰ ਇਹ ਲੱਗ ਰਿਹਾ ਹੈ ਵੀ ਮੀਡੀਆ ਦੇ ਵਿੱਚ ਵੀ ਥੋੜ੍ਹੀ ਜਿਹੀ ਇੱਕ ਚਲਾਕੀ ਹੁੰਦੀ ਹੈ ਕਿ ਇਹ ਉਹ ਗੱਲ ਨੂੰ ਲਮਕਾਉਣ ਲਈ ਕਿ ਹੁਣ ਇਹਨੂੰ ਫੜੋ, ਹੁਣ ਇਹ 'ਤੇ ਚਰਚਾ ਕਰੋ, ਕੁਛ ਦਿਨ ਉਹਨਾਂ ਨੂੰ ਵੀ ਖਬਰਾਂ ਚਾਹੀਦੀਆਂ ਨੇ। ਪਰੰਤੂ ਇਸ ਦੇ ਵਿੱਚ ਜੇ ਆਪਾਂ ਥੋੜ੍ਹੀ ਜਿਹੀ ਗੱਲ ਦੇਖੀਏ, ਇਹ ਹੈ ਕਿ ਇੱਕ ਤਾਂ ਮੇਨ ਦੇਖਣ ਵਾਲੀ ਗੱਲ ਇਹ ਹੈ, ਆਮ ਲੋਕਾਂ ਨੂੰ ਇਹ ਲੱਗਦਾ ਹੈ ਕਿ ਦੋਨੇ ਧਿਰਾਂ ਇੰਨੀ ਜਲਦੀ ਸਹਿਮਤ ਕਿੱਦਾਂ ਹੋ ਗਈਆਂ। ਇਹ ਗੱਲ ਆਮ ਬੰਦੇ ਨੂੰ ਹਜਮ ਨਹੀਂ ਹੁੰਦੀ ਜਦੋਂ ਐਜੀਟੇਸ਼ਨ ਹੁੰਦੀ ਹੈ, ਇੱਦਾਂ ਦੇ ਪ੍ਰੋਬਲਮਸ ਆਉਂਦੀਆਂ ਨੇ। ਇਹਦੇ ਵਿੱਚ ਹੋਇਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਪਾਰਟੀਆਂ 2G 3G ਫਲਾਣਾ ਜੀ ਕਹਿ ਕੇ ਕਦੇ ਉਹ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਦੀਆਂ ਸੀ, ਕਦੇ ਮਨਮੋਹਨ ਸਿੰਘ ਕਹਿੰਦੀਆਂ ਸੀ ਪ੍ਰਧਾਨ ਮੰਤਰੀ ਨੂੰ, ਕਦੇ ਕੁਛ ਕਹਿੰਦੀਆਂ ਸੀ, ਕਦੇ ਕੁਛ ਕਹਿੰਦੀਆਂ ਸੀ ਤੇ ਤਰ੍ਹਾਂ ਦੇ ਉਹ ਲਾਉਂਦੇ ਸੀ ਇਸ ਤਰ੍ਹਾਂ ਦੇ ਐਲੀਗੇਸ਼ਨ ਕਿ ਜਿਹੜੇ ਮੰਤਰੀਆਂ 'ਤੇ ਕਰਪਸ਼ਨ ਦੇ ਐਲੀਗੇਸ਼ਨ ਲੱਗੇ ਨੇ ਉਹਨਾਂ ਨੂੰ ਤੁਰੰਤ ਬਰਖਾਸਤ ਕਿਉਂ ਨਹੀਂ ਕੀਤਾ ਜਾਂਦਾ, ਕਿਉਂਕਿ ਦੂਜੇ ਪਾਸੇ ਰਹਿ ਕੇ ਮੰਗ ਕਰਨੀ ਬੜੀ ਸੌਖੀ ਹੁੰਦੀ ਹੈ। ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਘਟਨਾ ਤੋਂ ਤੁਰੰਤ ਬਾਅਦ BJP 'ਤੇ ਇੱਕ ਐਡਾ ਵੱਡਾ ਪ੍ਰੈਸ਼ਰ ਆਇਆ ਹੈ, ਜਿਹੜਾ ਪ੍ਰੈਸ਼ਰ ਉਹਨਾਂ ਨੇ ਕਿਸੇ ਹੱਦ ਤੱਕ ਮੈਂ ਇਹ ਕਹਿਣਾ ਨੈਤਿਕ ਤੌਰ 'ਤੇ ਉਹਨਾਂ ਨੇ ਇਹ ਮੰਨ ਲਿਆ। ਮਤਲਬ ਜੇ ਉਹਨਾਂ ਨੇ ਫਟਾਫਟ ਮੰਨ ਲਿਆ ਨਾ ਸਰਕਾਰ ਨੇ ਕਿ ਇੰਨਾ ਕੁ ਕੰਪਨਸੇਸ਼ਨ ਅਸੀਂ ਦੇ ਦਿੰਦੇ ਹਾਂ ਤੇ ਕੁਛ ਦਿਨਾਂ 'ਚ 10 ਦਿਨਾਂ 'ਚ ਅਸੀਂ ਗ੍ਰਿਫਤਾਰੀ ਵੀ ਕਰਾਂਗੇ ਤੇ ਨਾਲ ਇਹ ਵੀ ਮੰਨ ਲਿਆ ਵੀ ਜੁਡੀਸ਼ੀਅਲ ਜਾਂਚ ਵੀ ਕਰਾ ਲੈਂਦੇ ਹਾਂ, ਇਹ ਆਪਾਂ ਜੇ ਕਹੀਏ ਵੀ ਐਵੇਂ ਹੀ ਮੰਨ ਲਿਆ, ਇੱਦਾਂ ਦੀ ਗੱਲ ਨਹੀਂ ਹੈਗੀ। ਮੇਰੇ ਖਿਆਲ ਮੁਤਾਬਕ BJP ਨੇ ਬੜੀ ਤੇਜ਼ੀ ਨਾਲ ਇਸ ਕਰਕੇ ਮੰਨ ਲਿਆ ਕਿ ਜਿਸ ਕਿਸਮ ਨਾਲ ਪਹਿਲੀ ਵਾਰੀ ਤੁਸੀਂ ਦੇਖਿਆ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਬਾਕੀ ਸਾਡਾ ਜਿਹਨੂੰ ਅਸੀਂ ਆਪੋਜੀਸ਼ਨ ਕਹਿੰਦੇ ਹਾਂ, ਵਿਰੋਧੀ ਧਿਰ ਕਹਿੰਦੇ ਹਾਂ, ਇੱਕ ਪਾਰਟੀ ਨਹੀਂ ਮੈਂ ਕਹਿੰਦਾ, ਜਿਹੜੀਆਂ ਵੀ BJP ਦੇ ਵਿਰੋਧੀ ਸਿਆਸੀ ਪਾਰਟੀਆਂ ਨੇ ਸਾਰੀਆਂ ਧਿਰਾਂ
ਉਹ ਇਕੱਲੇ ਪੰਜਾਬ ਜਾਂ ਯੂਪੀ 'ਚ ਨਹੀਂ, ਪੂਰੇ ਹਿੰਦੁਸਤਾਨ 'ਚ ਇਲੈਕਸ਼ਨਾਂ ਕਰਕੇ ਉਹ ਧਿਰਾਂ ਨੂੰ ਆਪਣੀ ਸਰਗਰਮੀ ਵੱਧ ਦਿਖਾਉਣੀ ਪੈ ਰਹੀ ਹੈ ਜੀ। ਔਰ ਜਿਸ ਕਿਸਮ ਨਾਲ ਮਤਲਬ ਉਹਦੇ ਵਿੱਚ ਕਮਾਲ ਕੀਤੀ ਹੈ ਯੂਪੀ ਦੀ ਇਲੈਕਸ਼ਨ ਇੱਕ ਕਾਰਨ ਹੋ ਸਕਦਾ। ਵੈਸੇ ਵੀ ਮੈਂ ਨਹੀਂ ਕਹਿੰਦਾ, ਮੈਂ ਕੋਈ ਦੋਸ਼ ਨਹੀਂ ਲਾਉਂਦਾ ਉਹਨਾਂ ਦੇ, ਉਹਨਾਂ ਦੀ ਆਪਣੀ ਸਿਆਸਤ ਹੈ। ਇੱਥੇ ਆ ਕੇ ਪ੍ਰਿਯੰਕਾ ਗਾਂਧੀ ਨੇ ਵੀ ਬਹੁਤ ਜ਼ੋਰਦਾਰ ਹਮਲਾ ਬੋਲਿਆ। ਦੇਖੋ ਜਦੋਂ ਉਹਨੂੰ ਉੱਥੇ ਹੀ ਰੋਕ ਲਿਆ ਗਿਆ, ਪਹਿਲਾਂ ਉੱਥੋਂ ਉਹ ਰਾਤ ਨੂੰ ਟੇਢੇ ਵਿੰਗੇ ਰਾਹਾਂ ਤੇ ਜਾ ਕੇ ਉਹ ਤਾਂ ਆਲਮੋਸਟ ਤਾਂ ਉੱਥੇ ਪਹੁੰਚ ਗਈ ਸੀ ਲਖੀਮਪੁਰ। ਉਹ ਤਾਂ ਲਖੀਮਪੁਰ ਦੇ ਬਾਰਡਰ ਤੇ ਆ ਕੇ ਉਹਨੂੰ ਅਰੈਸਟ ਕੀਤਾ ਜੀ। ਤੇ ਉਹ ਸਾਰੇ ਕਾਸੇ ਨੇ ਮੀਡੀਆ ਨੂੰ ਕਵਰ ਕੀਤਾ, ਮੀਡੀਆ ਨੂੰ ਦਿਖਾਉਣਾ ਪਿਆ ਕਿ ਉਹ ਕਿੰਨੇ ਜ਼ੋਰ ਸ਼ੋਰ ਨਾਲ ਆ ਰਹੀ ਹੈ ਔਰ ਜਿਸ ਕਿਸਮ ਨਾਲ ਉਹਨੇ ਮੀਡੀਆ ਨਾਲ ਲੜਾਈ ਕੀਤੀ। ਇੱਧਰੋਂ ਸਾਡੇ ਮੁੱਖ ਮੰਤਰੀ ਜੀ ਨੇ ਅਨਾਊਂਸ ਕਰਤਾ ਵੀ ਮੈਂ ਹੈਲੀਕਾਪਟਰ ਲੈ ਕੇ ਜਾ ਰਿਹਾ। ਔਰ ਇਸ ਦੇ ਵਿੱਚ ਜਿਹੜੀ ਇੱਕ ਹੋਰ ਵੱਡੀ ਗਲਤੀ ਬੀਜੇਪੀ ਦੀ ਯੂਪੀ ਸਰਕਾਰ ਨੇ ਬੜੀ ਕਮਾਲ ਦੀ ਕੀਤੀ, ਜਿਹੜੀ ਉਹ ਬਹੁਤ ਹੀ ਵੱਡੀ ਬਲੰਡਰ ਤੇ ਬਹੁਤ ਵੱਡੀ ਗਲਤੀ ਹੈ, ਸੰਵਿਧਾਨਕ ਤੌਰ ਤੇ ਗਲਤ ਹੈ। ਮੈਂ ਤਾਂ ਕਹਿਣਾ ਉਸ ਪਿੱਛੇ ਯੂਪੀ ਸਰਕਾਰ ਤੇ ਦੇਸ਼ ਧਰੋਹ ਦਾ ਕੇਸ ਚੱਲਣਾ ਚਾਹੀਦਾ ਹੈ। ਉਹ ਜਿਹੜੀ ਗਲਤੀ ਕਮਾਲ ਦੀ ਇਹ ਕੀਤੀ ਕਿ ਜੀ ਪੰਜਾਬੀਆਂ ਨੂੰ ਨਹੀਂ ਇੱਥੇ ਆਉਣ ਦੇਣਾ। ਪਤਾ ਨਹੀਂ ਇਸ ਤਰ੍ਹਾਂ ਮਤਲਬ ਇਹੀ ਤਾਂ ਇੱਥੋਂ ਹੀ ਤਾਂ ਸਾਜ਼ਿਸ਼ ਜ਼ਾਹਰ ਹੁੰਦੀ ਹੈ ਵੀ ਪੰਜਾਬੀਆਂ ਨੂੰ ਕਿਉਂ ਤੁਸੀਂ ਕਹੋ ਵੀ ਇੱਥੇ ਇਕੱਠੀ ਨਹੀਂ ਹੋਣ ਦੇਣਾ, ਅਸੀਂ ਕਿਤੋਂ ਵੀ ਨਹੀਂ ਬੰਦਾ ਆਉਣ ਦੇਣਾ, ਇਕੱਲੇ ਪੰਜਾਬੀਆਂ ਨੂੰ। ਦੇਖੋ ਉੱਥੇ ਪੰਜਾਬੀ ਰਹਿੰਦੇ ਨੇ, ਉਹ ਪੰਜਾਬੀਆਂ ਦੇ ਰਿਸ਼ਤੇਦਾਰ ਵੀ ਹੋਣਗੇ, ਕੋਈ ਉਹ ਪੰਜਾਬੀਆਂ ਨਾਲ ਪੰਜਾਬੀਆਂ ਦੀ ਹਮਦਰਦੀ ਹੋਊਗੀ, ਰਿਸ਼ਤੇਦਾਰੀਆਂ, ਮਾਸੀ ਭੂਆ ਫੁੱਫੜ, ਕੁਛ ਨਾ ਕੁਛ ਲੋਕਾਂ ਨੇ ਤਾਂ ਜਾਣਾ ਹੀ ਹੈ ਉੱਥੇ ਨੂੰ ਨਾ। ਦੂਸਰਾ ਪੰਜਾਬ ਦੀ ਇਲੈਕਸ਼ਨ ਹੈ, ਜਦੋਂ ਉੱਥੇ ਪ੍ਰਿਯੰਕਾ ਗਾਂਧੀ ਜਾ ਰਹੀ ਹੈ, ਪ੍ਰਿਯੰਕਾ ਗਾਂਧੀ ਨੂੰ ਦਿਖਾਉਣ ਸਾਡੇ ਕਾਂਗਰਸੀਆਂ ਨੇ ਹੋਰ ਇੱਕ ਸਟੈਪ ਅੱਗੇ ਲੈ ਲਿਆ ਵੀ ਅਸੀਂ ਤਾਂ ਜਲਦੀ ਚੱਲੀਏ। ਸਿੱਧੂ ਸਾਹਿਬ ਨੇ ਇੱਥੇ ਆਪਦਾ ਧਰਨਾ ਲਾਤਾ, ਉਹਨੇ ਮੰਨ ਲਿਆ ਵੀ ਬਈ ਅਸਤੀਫਾ ਤਾਂ ਮੈਂ ਵਾਪਸ ਨਹੀਂ ਲਊਗਾ, ਲੇਕਿਨ ਮੈਡਮ ਗਾਂਧੀ ਦੇ ਮੈਂ ਨਾਲ ਹਾਂ। ਮਤਲਬ ਇਸ ਸਿਚੁਏਸ਼ਨ 'ਚ ਸਾਰੀਆਂ ਉੱਧਰੋਂ ਅਕਾਲੀ ਦਲ ਨੇ ਕਹਿ ਲਓ ਮਜੀਠੀਆ ਜੀ ਤੇ ਮਤਲਬ ਉਹ ਸਿੱਧਾ ਮੋਦੀ ਜ਼ਿੰਮੇਵਾਰ ਠਹਿਰਾਤਾ ਆਪਣਾ, ਸੁਖਬੀਰ ਬਾਦਲ ਜੀ ਨੇ ਪਹਿਲੀ ਵਾਰੀ। ਹੁਣ ਇਹਨਾਂ 'ਚੋਂ ਦੇਖਣ ਨੂੰ ਇਹ ਮਿਲਿਆ ਕਿ ਸਭ ਨੂੰ ਲੱਗਿਆ ਕਿ ਇਸ ਰੇਸ 'ਚ ਕਿਤੇ ਪਿੱਛੇ ਨਾ ਰਹਿ ਜਾਈਏ, ਕਾਰਨ ਇਲੈਕਸ਼ਨਾਂ ਸਿਰ ਤੇ ਆ ਗਈਆਂ। ਇਹ ਸਾਰਾ ਕੁਛ ਸਾਲ ਭਰ ਹੋ ਗਿਆ ਕਿਸਾਨਾਂ ਨੂੰ ਤਾਂ ਵਿਚਾਰਿਆਂ ਨੂੰ ਸੰਘਰਸ਼ ਲੜਦਿਆਂ ਨੂੰ, ਉਦੋਂ ਦੀਆਂ ਇਹ ਪਾਰਟੀਆਂ ਕਿੱਥੇ ਗਈਆਂ ਸੀ। ਦੂਜਾ ਮੈਂ ਦੂਜੀ ਤਰ੍ਹਾਂ ਕਹਿਣਾ ਵੀ ਪਰ ਫਿਰ ਵੀ ਜੇ ਕੋਈ ਓਪੋਜੀਸ਼ਨ ਦਾ, ਜਿੰਨੀ ਕੁ ਓਪੋਜੀਸ਼ਨ ਹੈਗੀ, ਕੋਈ ਰੋਲ ਨਿਭਾ ਰਹੇ ਨੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ, ਇਹਨੂੰ ਵੀ ਮੈਂ ਠੀਕ ਗੱਲ ਸਮਝਦਾ। ਪਰ ਦੂਜੇ ਪਾਸੇ ਬੀਜੇਪੀ ਤੇ ਇਹ ਪ੍ਰੈਸ਼ਰ ਆ ਗਿਆ ਕਿ ਜਿਸ ਕਿਸਮ ਨਾਲ ਵਿਰੋਧੀ ਪਾਰਟੀਆਂ ਮੈਦਾਨ 'ਚ ਉਤਰ ਆਈਆਂ, ਤਾਂ ਉਹ 'ਚ ਪਹਿਲੀ ਮੰਗ ਇਹ ਹੋਊਗੀ ਵਿਰੋਧੀ ਪਾਰਟੀਆਂ ਵੱਲੋਂ ਕਿ ਤੁਰੰਤ ਇਹਦਾ ਅਸਤੀਫਾ ਲੈ ਜਾਵੇ। ਔਰ ਮੈਨੂੰ ਹਜੇ ਹੈਰਾਨੀ ਹੁੰਦੀ ਹੈ ਕਿ ਜਦੋਂ FIR 'ਚ ਉਹਦਾ ਨਾਂ ਆ ਗਿਆ, ਹਾਲੇ ਵੀ ਵਿਰੋਧੀ ਪਾਰਟੀਆਂ ਨੇ ਉਸ ਦਮਦਾਰ ਤਰੀਕੇ ਨਾਲ ਉਹਦੀ ਮੰਗ ਨਹੀਂ ਕੀਤੀ ਕਿ ਮੰਤਰੀ ਅਸਤੀਫਾ ਦੇਵੇ। ਜੋ ਮੀਡੀਆ ਤੋਂ ਮੈਂ ਪੜ੍ਹਿਆ ਹੈ ਉਹ ਤਾਂ ਇਹ ਆ ਗਿਆ ਨਾ ਕਿ ਮੰਤਰੀ ਦੇ ਮੁੰਡੇ ਦੋਨਾਂ ਦੇ ਖਿਲਾਫ FIR ਹੋ ਗਈ। ਤੇ ਜੇ FIR ਹੋ ਗਈ, ਪਹਿਲੀ ਗੱਲ ਤਾਂ ਕਿ ਨੈਤਿਕ ਤੌਰ ਤੇ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇ ਮੰਤਰੀ ਅਸਤੀਫਾ ਨਹੀਂ ਦੇਣਾ ਤਾਂ ਮੋਦੀ ਨੂੰ ਨੈਤਿਕ ਤੌਰ ਤੇ ਉਹਨੂੰ ਕੱਢ ਦੇਣਾ ਚਾਹੀਦਾ ਹੈ। ਜੇ ਇਹ ਸਾਰਾ ਕੁਝ ਨਹੀਂ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਆਪੋਜੀਸ਼ਨ ਪਾਰਟੀਆਂ ਕੀ ਕਰ ਰਹੀਆਂ ਨੇ, ਇੱਥੋਂ ਲੱਗਦਾ ਹੈ ਕਿ ਆਪੋਜੀਸ਼ਨ ਨਾਂ ਦੀ ਕੋਈ ਚੀਜ਼ ਹੈ ਨਹੀਂ। ਦੂਸਰਾ, ਹਾਲੇ ਵੀ ਬਹੁਤ ਸਾਰੀਆਂ ਪਾਰਟੀਆਂ ਦੱਬੀ ਸੁਰ 'ਚ ਚੱਲ ਰਹੀਆਂ ਨੇ। ਕੁਛ ਜਿਹੜੀਆਂ ਲੇਟ ਹੋ ਗਈਆਂ ਖਰਗੋਸ਼ ਵਾਂਗੂ, ਉਹ ਬਹੁਤ, ਜਿਵੇਂ ਅਕਾਲੀ ਦਲ ਆਪਣਾ ਇਸ ਗੱਲ 'ਚ ਲੇਟ ਹੋ ਗਿਆ, ਉਹ ਹੁਣ ਮੇਰੇ ਖਿਆਲ ਅੱਜ ਪਤਾ ਨਹੀਂ ਜਾਣਗੇ ਕਿ ਨਹੀਂ। ਅਨਾਊਂਸ ਤਾਂ ਕੱਲ੍ਹ ਕਰਤਾ ਸੀ ਉਹਨਾਂ ਨੇ ਕਿ ਚੰਦੂ ਮਾਜਰਾ ਜੀ ਦੀ ਅਗਵਾਈ 'ਚ ਅਸੀਂ ਜਾਵਾਂਗੇ। ਬਹੁਜਨ ਸਮਾਜ ਪਾਰਟੀ ਮੈਨੂੰ ਲੱਗ ਰਿਹਾ ਲੇਟ ਹੋ ਗਈ। ਉਸ ਰੌਲੇ 'ਚ ਆਮ ਆਦਮੀ ਪਾਰਟੀ ਵੀ ਮੈਨੂੰ ਲੱਗ ਰਿਹਾ ਥੋੜ੍ਹੀ ਜਿਹੀ ਲੇਟ ਹੋ ਗਈ। ਇਹ ਸਾਰੀ ਸਿਚੁਏਸ਼ਨ ਦੇ ਵਿੱਚ ਬੀਜੇਪੀ 'ਤੇ ਵੀ ਇੱਕ ਪ੍ਰੈਸ਼ਰ ਆ ਗਿਆ ਕਿ ਅਸੀਂ ਇੱਕ ਸੂਤੀ ਸਥਿਤੀ ਦੇ ਵਿੱਚ ਫਸ ਗਏ। ਇਸ ਕਰਕੇ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਵੀ, ਨਹੀਂ ਤਾਂ ਸਰਕਾਰਾਂ ਵੀ, ਜਿੰਨਾ ਜਲਦੀ ਤੁਹਾਨੂੰ ਲੱਗ ਰਿਹਾ ਨਾ ਕਿ ਕਿਸਾਨ ਯੂਨੀਅਨ ਨਾ ਮੰਨ ਗਈਆਂ, ਇੰਨੀ ਜਲਦੀ ਸਰਕਾਰਾਂ ਵੀ ਨਹੀਂ ਮੰਨਦੀਆਂ ਹੁੰਦੀਆਂ। ਸਰਕਾਰਾਂ ਵੀ ਬੜਾ ਔਖਾ ਮੰਨਦੀਆਂ ਨੇ। ਸੋ ਇਸ ਕਰਕੇ ਇਸ ਗੱਲ 'ਚ ਮੈਨੂੰ ਇਹ ਲੱਗਦਾ ਹੈ ਕਿ ਉਸ ਦਬਾਅ ਨੇ ਇਹ ਗੱਲ ਨੂੰ ਨੇੜੇ ਲੈ ਕੇ ਆਇਆ। ਹਾਂ, ਜਿਹੜੀ ਗੱਲ ਤੁਹਾਡੀ ਹੈ ਕਿ ਇਹ 'ਚ ਇੱਕ ਪਬਲਿਕ ਦੇ ਵਿੱਚ ਆਮ ਗੱਲ ਜਾਂਦੀ ਹੈ ਕਿ ਦੋਵੇਂ ਮਨ ਛੇਤੀ ਕਿਉਂ ਗਏ ਜੀ। ਉਹਦੇ ਵਿੱਚ ਇਹ ਹੈ, ਇਹਨਾਂ ਨੇ ਇਹ ਹੁੰਦਾ ਹੈ ਕਿ ਇਸ ਅਵਸਥਾ ਦੇ ਵਿੱਚ ਬਹੁਤ ਜ਼ਿਆਦਾ ਡਰ ਸੀ ਕਿ ਇਹ ਅੰਦੋਲਨ ਹਿੰਸਕ ਨਾ ਹੋ ਜਾਵੇ। ਇਸ ਕਰਕੇ ਕਿਸਾਨ ਲੀਡਰਸ਼ਿਪ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਦੂਸਰਾ ਇਹ ਹੈ ਕਿ ਇਹ ਸਾਰੀਆਂ ਐਜੀਟੇਸ਼ਨਾਂ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਕਹਿੰਦੇ ਹਾਂ ਕਿ ਜਿਹੜੇ ਲੋਕ ਨੇ
ਉਹ ਆਪ ਮੁਹਾਰੇ ਸ਼ਾਮਲ ਹੋ ਰਹੇ ਨੇ। ਉਹ ਕਾਡਰ ਨਹੀਂ ਹੈਗਾ, ਉਹ ਪੂਰਾ ਪ੍ਰੋਗਰਾਮ ਉਹਨਾਂ ਦਾ ਲੈ ਕੇ ਨਹੀਂ ਚੱਲਦੇ ਜੀ। ਇਸ ਕਰਕੇ ਲੀਡਰਸ਼ਿਪ ਨੂੰ ਹੋਰ ਡਰ ਹੋ ਜਾਂਦਾ ਹੈ ਕਿ ਜੇਕਰ ਇੱਥੇ ਕਿਤੇ ਕੋਈ ਆਪ ਮੁਹਾਰੇ ਕੋਈ ਗੱਲ ਇੱਦਾਂ ਦੀ ਹੋ ਗਈ ਜਿਹਦੇ ਨਾਲ ਸਿਚੁਏਸ਼ਨ ਹਿੰਸਕ ਹੋ ਗਈ, ਉਹ ਹਿੰਸਕ ਹੋਣ 'ਤੇ ਮੈਨੂੰ ਇਹ ਲੱਗ ਰਿਹਾ ਕਿ ਲੀਡਰਸ਼ਿਪ ਹੈ ਜਿਹੜੀ ਕਿਸਾਨਾਂ ਦੀ, ਉਹਨੇ ਸਿਆਣਪ ਕੀਤੀ ਹੈ। ਤੁਸੀਂ ਇਹਨੂੰ ਇੱਦਾਂ ਨਾ ਸੋਚੋ ਕਿ ਫਟਾਫਟ ਸਮਝੌਤਾ ਕਰਕੇ ਜਿਹੜੀਆਂ ਤਾਂ ਡੈਥਸ ਹੋ ਗਈਆਂ, ਦੇਖੋ ਡੈਥਸ ਦਾ ਕੋਈ ਕੰਪਨਸੇਸ਼ਨ ਹੁੰਦਾ ਹੀ ਨਹੀਂ, ਉਹਦਾ ਕੋਈ ਬਦਲ ਨਹੀਂ। ਜੇ ਆਪਾਂ ਉਹ ਡੈਥਸ ਨੂੰ ਨਾ ਆਪਾਂ ਸੋਚੀਏ ਕਿ ਉਹਦੀ ਭਰਪਾਈ ਤਾਂ ਹੋ ਹੀ ਨਹੀਂ ਸਕਦੀ। ਸਿਆਣੀ ਲੀਡਰਸ਼ਿਪ ਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਤੋਂ ਅੱਗੇ ਨਾ ਕੁਝ ਹੋਰ ਹੋ ਜਾਵੇ, ਕਿਉਂਕਿ ਜਦੋਂ ਵਾਇਲੈਂਸ ਹੋ ਜਾਂਦੀ ਹੈ ਨਾ, ਸਰਕਾਰ ਵਾਇਲੈਂਸ ਦੀ ਆੜ ਦੇ ਵਿੱਚ ਹੋਰ ਬੜਾ ਕੁਝ ਕਰਦੀ ਹੈ। ਇਹ ਤਾਂ ਚੰਗਾ ਹੋਇਆ, ਮੈਂ ਕਿਸਾਨ ਲੀਡਰਸ਼ਿਪ ਨੂੰ ਹੀ ਇਸ ਦਾ ਕ੍ਰੈਡਿਟ ਦੇਵਾਂਗਾ ਕਿ ਉਹਨਾਂ ਨੇ ਬਹੁਤ ਜਲਦੀ ਨਾਲ, ਜਿਵੇਂ ਅੱਜ ਸਾਰਾ ਕੁਝ ਕਾਫੀ ਕੁਝ ਐਕਸਪੋਜ਼ ਹੋ ਗਿਆ, ਜਿਵੇਂ ਉਹ ਗੱਡੀਆਂ ਚੱਲਦੀਆਂ ਦਿਖਾਈਆਂ, ਮਤਲਬ ਮੈਨੂੰ ਹੈਰਾਨੀ ਹੋਈ ਵੀ ਇੱਕ ਗੱਡੀ ਮੂਹਰੇ ਲਤੜਦੀ ਜਾ ਰਹੀ ਹੈ ਲੋਕਾਂ ਨੂੰ। ਚਾਹੇ ਜੇ ਆਪਾਂ ਇਹ ਵੀ ਮੰਨ ਲਈਏ, ਜਿਸ ਤਰ੍ਹਾਂ ਉਹ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਜੀ ਉਹ ਜਿਹੜੀ ਗੱਡੀ ਸੀ ਉਹਦੇ ਪੱਥਰ ਵੱਜਿਆ, ਉਹ ਇੰਬੈਲੈਂਸ ਹੋ ਗਈ, ਡਿਸਬੈਲੈਂਸ ਹੀ ਕਹੀ ਜਾਂਦੇ ਨੇ ਵਾਰ-ਵਾਰ, ਉਹ ਇੰਬੈਲੈਂਸ ਹੋ ਗਿਆ ਜੀ, ਡਰਾਈਵਰ ਤੋਂ ਗੱਡੀ ਸਮਝੀ ਨਹੀਂ। ਇਹ ਗੱਲ ਮੈਂ ਮੰਨ ਲਈ, ਮਤਲਬ ਉਹ ਗੱਡੀ ਡਰਾਈਵਰ ਤੋਂ ਨਹੀਂ ਸਮਝੀ, ਤਾਂ ਪਿੱਛੇ ਵਾਲੀ ਗੱਡੀ ਲੱਦੜਦੀ ਜਾ ਰਹੀ ਹੈ, ਉਹ ਪਿੱਛੇ ਵਾਲੀ ਨਾਲ ਪਿੱਛੇ ਕਿਉਂ ਜਾ ਰਹੀ ਹੈ? ਉਹਨੂੰ ਤਾਂ ਰੁਕ ਜਾਣਾ ਚਾਹੀਦਾ ਸੀ ਕਿ ਨਹੀਂ ਫਿਰ? ਸੋ ਇਸ ਗੱਲ ਤੋਂ ਇਹ ਲੱਗ ਰਿਹਾ ਹੈ ਕਿ ਜਿਵੇਂ ਪਹਿਲਾਂ ਹੀ ਕੋਈ ਤੈਅ ਸੀ ਸਾਜ਼ਿਸ਼ ਕਿ ਆਪਾਂ ਤੇਜ਼ੀ ਨਾਲੋਂ ਨਿਕਲ ਜਾਣਾ ਹੈ, ਪਰ ਉਹ ਐਦਾਂ ਹੁੰਦਾ ਕਿ ਉਸ ਮੌਬ 'ਚ ਫਸ ਗਏ, ਉਹ ਨਹੀਂ ਨਿਕਲ ਸਕੇ, ਗੱਡੀ ਪਲਟ ਗਈ, ਫਿਰ ਜੋ ਕੁਛ ਹੋਇਆ, ਅੱਗ ਲੱਗ ਗਈ ਗੱਡੀ ਨੂੰ ਜਾਂ ਲਗਾ ਦਿੱਤੀ ਗਈ, ਪਤਾ ਨਹੀਂ ਕੀ ਹੋਇਆ, ਉਹ ਸਾਰਾ ਕੁਝ ਤੁਸੀਂ ਦੇਖਦੇ ਹੋ। ਔਰ ਉਸ ਗੱਡੀ ਦੇ ਵਿੱਚੋਂ ਉਤਰ ਕੇ ਜਿਵੇਂ ਲੋਕ ਭੱਜੇ ਨੇ, ਕੋਈ ਉਹਨੂੰ ਬੀਜੇਪੀ ਦਾ ਨੇਤਾ ਕਹਿ ਰਿਹਾ ਹੈ, ਕੋਈ ਮੰਤਰੀ ਦਾ ਮੁੰਡਾ ਕਹਿ ਰਿਹਾ ਹੈ, ਉਹ ਹਾਲੇ ਆਈਡੈਂਟੀਫਿਕੇਸ਼ਨ ਤਾਂ ਨਹੀਂ ਹੋਈ ਕੀ ਹੋਊਗਾ, ਉਹ ਸਾਰੇ ਖਾਸੇ ਨੇ ਬੀਜੇਪੀ ਦੇ ਉੱਪਰ ਵੀ ਬਹੁਤ, ਸਰਕਾਰ ਦੇ ਉੱਪਰ ਵੀ ਬਹੁਤ ਦਬਾਅ ਲੈ ਕੇ ਆਂਦਾ, ਅਤੇ ਪਾਰਟੀ ਜਿਹੜੀ ਉਸ ਤੋਂ ਬਿਨਾਂ ਜਿਹੜੀ ਇਹ ਦੂਜੀ ਪਾਰਟੀ ਹੈ ਕਿਸਾਨ ਯੂਨੀਅਨ, ਕਿਸਾਨ ਲੀਡਰਸ਼ਿਪ, ਉਹਨਾਂ ਦੇ ਉੱਤੇ ਵੀ ਦਬਾਅ ਇਹ ਆਇਆ ਕਿ ਇਹ ਨਾ ਹੋਵੇ ਅੰਦੋਲਨ ਹਿੰਸਕ ਹੋ ਕੇ ਹੋਰ ਸਾਡੇ ਕਿਸਾਨਾਂ ਦਾ ਨੁਕਸਾਨ ਹੋ ਜਾਵੇ, ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਜਾਵੇ, ਕਿਉਂਕਿ ਇਹੀ ਜੀ ਸਿਚੁਏਸ਼ਨ 'ਚ ਜਿਹੀ ਜੀ ਉੱਥੇ ਬਣ ਗਈ ਸੀ, ਬਹੁਤ ਸੌਖਾ ਹੈ ਪੁਲਿਸ ਨੂੰ ਗੋਲੀ ਚਲਾਉਣੀ। ਹਾਲਾਂਕਿ ਹੈਰਾਨੀ ਦੀ ਗੱਲ ਫਿਰ ਇਹ ਹੈ ਕਿ ਪੁਲਿਸ ਨੇ, ਕਮਾਲ ਦੀ ਗੱਲ ਇਹ ਹੈ ਵੀ ਉਹਨਾਂ ਨੂੰ ਭਜਾਉਣ 'ਚ ਸਹਿਯੋਗ ਦਿੱਤਾ, ਜੋ ਮੀਡੀਆ 'ਚ ਪਤਾ ਲੱਗ ਰਿਹਾ, ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ, ਪੁਲਿਸ ਨੂੰ ਪਕੜ ਲੈਣਾ ਚਾਹੀਦਾ ਸੀ, ਪਰ ਉਹ ਉੱਥੇ ਇਹ ਹੈ ਵੀ ਉਹ ਨਿਕਲ ਗਏ ਤਾਂ ਵੀ ਚੰਗਾ ਨਹੀਂ, ਸ਼ਾਇਦ ਹੋਰ ਇਸ ਤੋਂ ਵੀ ਉਹਨਾਂ ਦੀਆਂ ਵੀ ਡੈਥਸ ਹੋ ਸਕਦੀਆਂ ਸੀ, ਘਬਰਾਈ ਹੋਈ ਸਿਚੁਏਸ਼ਨ 'ਚ ਪਤਾ ਨਹੀਂ ਕੀ ਹੋ ਜਾਵੇ। ਅਜੇ ਵੀ ਇਹ ਗੱਲ ਸਾਹਮਣੇ ਨਹੀਂ ਆਈ, ਬੀਜੇਪੀ ਉਸ ਗੱਲ ਤੋਂ ਵੀ ਡਰ ਰਹੀ ਹੈ। ਅੱਜ ਫਿਰ ਆਪਾਂ ਨੂੰ ਲੱਗਦਾ ਰਿਹਾ ਵੀ ਉਹ ਸਾਰਾ ਕੁਝ ਠੰਡਾ ਹੋ ਗਿਆ, ਪਰ ਫਿਰ ਮੈਂ ਇੱਕ ਖਬਰ ਸੁਣ ਰਿਹਾ ਕਿ ਹਾਲੇ ਵੀ ਕੁਛ ਵਿੱਚ ਜਿਹੜੇ ਉਹ ਕਿਸਾਨਾਂ ਦੀਆਂ ਬੱਚਿਆਂ ਦੀਆਂ ਡੈਥਸ ਹੋਈਆਂ ਨੇ, ਉਹ ਪਰਿਵਾਰ ਨੇ ਜਿੱਦ ਕੀਤੀ ਹੈ ਕਿ ਸਾਨੂੰ ਪਹਿਲਾਂ ਪੋਸਟਮਾਰਟਮ ਰਿਪੋਰਟ ਦਿਖਾਓ, ਅਜੇ ਤੱਕ ਉਹਨਾਂ ਦਾ ਸੰਸਕਾਰ ਹੋਇਆ ਨਹੀਂ। ਸੋ ਭਾਵੇਂ ਉਹ ਸ਼ਾਂਤ ਨੇ ਵਿਚਾਰੇ, ਸ਼ਾਂਤ ਹੋ ਗਏ, ਮੈਂ ਸ਼ਾਂਤ ਜਾਂ ਇਹ ਕਹਿ ਲਓ ਜਦੋਂ ਐਡੀ ਵੱਡੀ ਘਟਨਾ ਹੋ ਗਈ ਉਹਨਾਂ ਕੋਲੇ ਵਿਚਾਰਿਆਂ ਕੋਲੇ ਆਪਸ਼ਨ ਕੀ ਰਹੇਗੀ ਜੀ, ਪਰਿਵਾਰਾਂ ਦਾ ਬੁਰਾ ਹਾਲ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਵੀ ਇਹਦਾ ਇਸ ਤਰ੍ਹਾਂ ਨਾ ਕਾਰਨ ਸੋਚੋ, ਇਹਦੇ ਕਈ ਪੱਖਾਂ ਤੋਂ ਇਹਦਾ ਅੰਤਰਰਾਸ਼ਟਰੀ ਮੀਡੀਆ ਦਾ, ਸਾਡੇ ਰਾਸ਼ਟਰੀ ਮੀਡੀਆ ਦਾ, ਪੋਲੀਟੀਕਲ ਪਾਰਟੀਆਂ ਦਾ, ਇਲੈਕਸ਼ਨਾਂ ਦਾ ਜੀ, ਕਿਸਾਨਾਂ ਦਾ, ਕਿਸਾਨਾਂ ਦੀ ਸਟਰੈਂਥ ਦਾ, ਸਰਕਾਰ ਦੀ ਕਮਜ਼ੋਰੀ ਦਾ, ਇਹ ਸਾਰਾ ਕੁਝ ਸਾਰੇ ਪਾਸੇ ਜਿਹੜਾ ਦਬਾਅ ਹੈ ਇਹਦੇ ਕਰਕੇ ਸ਼ਾਇਦ ਕਿਸੇ ਇੱਕਦਮ ਸਹਿਮਤੀ 'ਤੇ ਪਹੁੰਚੇ ਨੇ। ਪਰ ਉਹ ਸਹਿਮਤੀ ਜੇ ਆਪਾਂ ਕਹੀਏ ਵੀ ਚਿਰ ਸਥਾਈ ਇਹ ਨਹੀਂ ਹੋਊਗੀ, ਕਿਉਂਕਿ ਸਰਕਾਰਾਂ ਨੇ ਜਿਹੜੀਆਂ ਇਹ ਹਮੇਸ਼ਾ ਮਕਾਰ ਹੁੰਦੀਆਂ ਨੇ। ਇਹਨਾਂ ਨੇ ਜਿਹੜਾ ਸਮਝੌਤਾ ਕੀਤਾ ਵੀ ਹੈ, ਕੋਈ ਪਤਾ ਨਹੀਂ ਇਸ ਤੋਂ ਕਦੋਂ ਮੁੱਕਰ ਜਾਣ, ਕਿਉਂਕਿ ਸਮਝੌਤਾ ਤਾਂ ਅਸਲੀ ਗੱਲ ਤਾਂ ਕਿਸਾਨਾਂ ਨੂੰ ਮਾੜੀ ਮੋਟੀ ਜ਼ਖਮਾਂ ਤੇ ਮੱਲਮ, ਜਿਨ੍ਹਾਂ ਦੀਆਂ ਡੈਥਸ ਹੋਈਆਂ ਨੇ, ਜ਼ਖਮਾਂ ਤੇ ਮੱਲਮ ਤਾਂ ਉਦੋਂ ਲੱਗੇਗੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ। ਆਮ ਤੁਸੀਂ ਦੇਖਿਆ ਹੋਵੇ ਕੋਈ ਬੰਦਾ ਪੁਲਿਸ ਕੰਪਲੇਂਟ ਲੈ ਕੇ ਜਾਂਦਾ, ਸ਼ਿਕਾਇਤ ਲੈ ਕੇ ਜਾਂਦਾ ਕਿ ਮੈਨੂੰ ਫਲਾਣੇ ਵਿਅਕਤੀ ਨੇ ਜੀ ਮਾਰਿਆ, ਜੇ ਉੱਥੇ ਥਾਣੇਦਾਰ ਕੇਰਾਂ ਧੜੱਲੇ ਨਾਲ ਕਹਿ ਦੇਵੇ ਵੀ ਜਾਓ ਇਹ ਹੁਣੀ ਚੱਕ ਲਿਆਓ, 4-5 ਨੂੰ ਭੇਜ ਦੇ ਗੱਡੀ ਲੈ ਕੇ, ਤੇ ਉਹਨੂੰ ਚੱਕ ਲਿਆਉਣ, ਤੁਸੀਂ ਇਹ ਸਮਝ ਲਓ ਵੀ ਕੁਛ ਨਾ ਕੁਛ ਰਿਲੀਫ ਮਿਲ ਜਾਂਦਾ ਬੰਦੇ ਨੂੰ ਜਿਹੜਾ ਪੀੜਤ ਹੁੰਦਾ ਹੈ। ਸੋ ਇਹਦੇ ਵਿੱਚ ਪੀੜਤ ਵਿਅਕਤੀਆਂ ਨੂੰ, ਜਿਨ੍ਹਾਂ ਦੇ ਵਿਚਾਰਿਆਂ ਦੇ ਜੀਆਂ ਦੀ ਨੁਕਸਾਨ ਹੋਇਆ, ਉਹਦੀ ਭਰਪਾਈ ਕੋਈ ਨਹੀਂ ਹੁੰਦੀ, ਪਰ ਜੇ ਦੋਸ਼ੀਆਂ ਨੂੰ ਤੁਰੰਤ ਪਕੜ ਲਿਆ ਜਾਵੇ,
ਭਾਵੇਂ ਸਰਕਾਰ ਫਿਰ ਵੀ ਬਹੁਤ ਸਾਰੀ ਮਦਦ ਕਰ ਦਿੰਦੀ ਹੈ ਉਹਨਾਂ ਦੀ, ਪਰ ਜਿਹੜਾ ਐਂ ਕਰਨਾ ਇਹ ਹੋਰ ਜ਼ਿਆਦਾ ਔਖਾ ਕੰਮ ਹੈ। ਸਰਕਾਰ ਨੂੰ ਚਾਹੀਦਾ ਇੱਥੇ ਬਹੁਤ ਹੀ ਸੰਵੇਦਨਸ਼ੀਲ ਤੇ ਸੰਜੀਦਗੀ ਨਾਲ ਦੋਸ਼ੀਆਂ ਨੂੰ ਪਕੜ ਲੈਣਾ ਚਾਹੀਦਾ। ਜਦੋਂ ਹੁਣ ਹੋਰ ਸਿਆਸੀ ਪਾਰਟੀਆਂ, ਜਿਵੇਂ ਅੱਜ ਕਹਿ ਵੀ ਦਿੱਤਾ ਉਹਨਾਂ ਨੇ, ਪ੍ਰਿਅੰਕਾ ਗਾਂਧੀ ਨੇ, ਤਾਂ ਉਹਨਾਂ ਨੇ ਤਾਂ ਓਪਨਲੀ ਕਹਿਤਾ ਵੀ ਮੈਨੂੰ ਦੱਸੋ ਮੇਰਾ ਕੀ ਕਸੂਰ ਹੈ, ਮੈਨੂੰ ਤਾਂ ਫੜ ਕੇ ਇੱਥੇ ਅੰਦਰ ਬਿਠਾਇਆ ਹੈ। ਜਿਹਦਾ ਕਸੂਰ ਹੈ ਉਹਨੂੰ ਤੁਸੀਂ ਫੜਦੇ ਨਹੀਂ, ਉਹਨੂੰ ਤੁਸੀਂ ਖੁੱਲ੍ਹ ਦਿੱਤੀ ਹੈ। ਸੋ ਇਸ ਕਰਕੇ ਉਹਦੇ ਵਿੱਚ ਜਿਹੜਾ ਕਹਿਣ ਨੂੰ ਜੋ ਮਰਜ਼ੀ ਕਰਾਈ ਜਾਣ, ਨਿਆਇਕ ਜਾਂਚ ਕਰਾ ਲੈਣਗੇ, ਪਰ ਉਹਦੇ ਵਿੱਚ ਜਿਹਨੂੰ ਪ੍ਰਾਈਮਾ ਫੇਸੀ ਕਹਿੰਦੇ ਆ ਅਸੀਂ ਵੀ, ਜੇ ਮੁੱਢਲੇ ਸਬੂਤ ਗੱਡੀਆਂ ਦੀ ਵੀਡੀਓ ਆ ਗਈ, ਕਿਸਾਨਾਂ ਦੇ ਕੁਚਲੇ ਜਾਂਦਿਆਂ ਦੀ ਵੀਡੀਓ ਆ ਗਈ, ਗੱਡੀ 'ਚੋਂ ਉਤਰਦੇ ਬੰਦਿਆਂ ਦੀ ਭੱਜੇ ਜਾਂਦਿਆਂ ਦੀ ਵੀਡੀਓ ਆ ਗਈ, ਜਿਹੜਾ ਉਹ ਕਹਿ ਰਹੇ ਸੀ ਪੱਥਰ ਮਾਰੇ ਨੇ ਉਹ ਕਿਤੇ ਦਿਖਾਈ ਨਹੀਂ ਦਿੰਦੇ। ਬਿਲਕੁਲ ਤੁਸੀਂ ਦੇਖਿਆ ਹੋਵੇਗਾ ਆਰਾਮ ਨਾਲ ਬੰਦੇ ਜਾ ਰਹੇ ਨੇ ਤੇ ਆਰਾਮ ਨਾਲ ਜਾਂਦਿਆਂ ਤੇ ਦੜਕ ਦੇ ਕੇ ਗੱਡੀਆਂ ਚੜ੍ਹਾ ਦਿੱਤੀਆਂ ਗਈਆਂ। ਹੁਣ ਇਸ ਦੇ ਵਿੱਚ ਜਿਹੜੇ ਮੁੱਢਲੇ ਸਬੂਤਾਂ ਦੇ ਵਿੱਚ ਹੋਰ ਕੀ ਰਹਿ ਜਾਂਦਾ ਹੈ? ਠੀਕ ਹੈ, ਬਾਕੀ ਦਾ ਸਾਰਾ ਕੁਝ ਬਾਅਦ 'ਚ ਹੋ ਹੀ ਜਾਣਾ ਹੁੰਦਾ। ਕੋਰਟ ਨੇ ਕੋਈ ਮੁੱਢਲੇ ਸਬੂਤ ਦੇਖ ਕੇ ਤਾਂ ਸਜ਼ਾ ਦੇ ਨਹੀਂ ਦੇਣੀ, ਉਹ ਤਾਂ ਕੇਸ ਮੁਤਾਬਕ ਹੀ ਦੇਈ ਹੋਊਗੀ, ਸਜ਼ਾ ਤਾਂ ਗਵਾਹੀਆਂ ਹੋਣਗੀਆਂ, ਉਦੋਂ ਦੇਖੀ ਜਾਊਗੀ ਕੀ ਹੋਊਗਾ। ਪਰ ਇਹ ਮੁੱਢਲੇ ਸਬੂਤਾਂ 'ਤੇ ਮੈਨੂੰ ਲੱਗਦਾ ਸਰਕਾਰ ਨੂੰ ਤੁਰੰਤ ਕਾਰਵਾਈ ਕਰ ਦੇਣੀ ਚਾਹੀਦੀ ਹੈ। ਔਰ ਇਸ ਪ੍ਰੈਸ਼ਰ ਕਰਕੇ ਮੇਰੇ ਖਿਆਲ ਮੁਤਾਬਕ ਸਰਕਾਰ ਝੁਕੀ ਹੈ, ਜਿਨ੍ਹਾਂ ਨੇ ਛੇਤੀ ਇਹ ਕੁਛ ਕਰ ਲਿਆ। ਹਾਲੇ ਫਿਰ ਵੀ ਮੈਨੂੰ ਨਹੀਂ ਪਤਾ ਇਹ ਸਿਰੇ ਚੜ੍ਹ ਜਾਂਦਾ ਹੈ ਕਿ ਨਹੀਂ ਚੜ੍ਹ ਜਾਂਦਾ, ਕਿਉਂਕਿ ਪੋਸਟਮਾਰਟਮ ਰਿਪੋਰਟਸ ਦਾ ਵੀ ਆਪਾਂ ਨੂੰ ਪਤਾ ਉਹ ਜਿੱਦਾਂ ਦਾ ਹੁੰਦਾ। ਸਾਡੇ ਮੁਲਕ 'ਚ ਕੀ ਨਹੀਂ ਹੋ ਸਕਦਾ, ਇੱਥੇ ਖੁਦ ਕਾਤਲ ਹੀ ਹੈ ਜਿਹੜਾ ਉਹੀ ਜੱਜ ਬਣ ਜਾਂਦਾ ਹੈ, ਫਿਰ ਉਹ ਔਖਾ ਹੁੰਦਾ। ਇਸ ਤਰ੍ਹਾਂ ਦੀ ਗੱਲ ਹੈ। ਇਹਦੇ ਆਹ ਕਾਰਨ ਨੇ ਜਿਹਦੇ ਕਰਕੇ ਇਹ ਸਹਿਮਤੀ ਜਲਦੀ ਬਣ ਗਈ। ਅੱਛਾ ਧਾਲੀਵਾਲ ਸਾਹਿਬ, ਇੱਕ ਚੀਜ਼ ਹੋਰ, ਜਿਹੜੇ ਬੀਜੇਪੀ ਆਗੂ ਨੇ ਹਰਜੀਤ ਗਰੇਵਾਲ ਹੋਰਾਂ ਦਾ ਬਿਆਨ ਆਇਆ, ਉਹ ਕਹਿੰਦੇ ਆ ਕਿ ਘਟਨਾ ਨਿੰਦਣਯੋਗ ਹੈ, ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ, ਅਸੀਂ ਨਿੰਦਿਆ ਕਰਦੇ ਹਾਂ। ਪਰ ਉਹਨਾਂ ਨੇ ਇੱਕ ਲਾਂਭਾ ਜਿਹਾ ਦਿੱਤਾ ਮੀਡੀਆ ਨੂੰ ਕਿ ਤੁਸੀਂ ਜਿਹੜੇ ਕਿਸਾਨਾਂ ਦੀ ਡੈਥ ਹੋਈ ਉਹਨਾਂ ਦੀ ਤਾਂ ਗੱਲ ਕਰਦੇ ਹੋ, 4 ਕਹਿੰਦੇ ਹੋਰ ਵੀ ਡੈਥ ਹੋਈਆਂ ਨੇ ਉਹਨਾਂ ਦੀ ਗੱਲ ਨਹੀਂ ਕਰਦੇ। ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਉਹਨਾਂ ਦੇ ਬਿਆਨ ਨੂੰ ਆਪਾਂ ਇਸ ਤਰ੍ਹਾਂ ਦੇਖਦੇ ਹਾਂ ਕਿ ਜਦੋਂ ਇਹ ਘਟਨਾ ਹੋਣ ਤੋਂ ਤੁਰੰਤ ਬਾਅਦ ਹੁਣ ਸਰਕਾਰ ਇੰਨੀ ਹਰਕਤ 'ਚ ਆ ਗਈ, ਹੁਣ ਉੱਥੇ ਕਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਵੀ ਨਹੀਂ ਜਾ ਸਕਦਾ, ਪੰਜਾਬ ਦਾ ਡਿਪਟੀ ਸੀਐਮ ਗਿਆ, ਉਹਨੂੰ ਰਸਤੇ 'ਚ ਪਕੜ ਲਿਆ, ਉਹਦੇ ਨਾਲ ਕਿੰਨੇ MLA ਸੀ ਰਸਤੇ 'ਚ ਪਕੜ ਲਏ, ਸੰਜੇ ਸਿੰਘ ਜਿਹੜਾ ਮੈਂਬਰ ਪਾਰਲੀਮੈਂਟ ਹੈ ਰਸਤੇ 'ਚ ਗ੍ਰਿਫਤਾਰ ਕਰ ਲਿਆ, ਹੋਰ ਵੱਖ-ਵੱਖ ਪਾਰਟੀਆਂ ਦੇ ਜਿੰਨੇ ਗਏ ਉਹ ਰਸਤੇ 'ਚ ਗ੍ਰਿਫਤਾਰ ਕਰ ਲਏ। ਮਤਲਬ ਪਹਿਲੀ ਗੱਲ ਕੀ ਇਹ ਦੱਸ ਸਕਦੇ ਨੇ ਕਿ ਉਹਨਾਂ ਨੂੰ ਕਿਹਨੇ ਲੰਘਣ ਦਿੱਤਾ, ਉੱਥੇ ਪਹੁੰਚਣ ਕਿਹਨੇ ਦਿੱਤਾ ਉਹਨਾਂ ਨੂੰ? ਜਦੋਂ ਸਰਕਾਰ ਕਹਿੰਦੀ ਹੈ ਨਾ, ਦੂਜੇ 5 ਵਾਰੀ ਤਾਂ ਇਹ ਕਹਿੰਦੇ ਨੇ ਕਿ ਦਫਾ 44 ਲੱਗੀ ਹੋਈ ਹੈ। ਮਤਲਬ ਜਦੋਂ ਉਹ ਗੱਡੀਆਂ ਜਾ ਰਹੀਆਂ ਨੇ, ਪੁਲਿਸ ਉਹਨਾਂ ਨੂੰ ਵਾਪਸ ਉਹਨਾਂ ਨੂੰ ਭਜਾਉਣ 'ਚ ਤਾਂ ਸਹਾਈ ਹੋ ਰਹੀ ਹੈ, ਉਹ ਗੱਡੀਆਂ ਆਉਣ ਕਿਹਨੇ ਦਿੱਤੀਆਂ? ਚੰਗਾ ਹੁੰਦਾ ਜੇ ਬੀਜੇਪੀ ਦੀ ਸਰਕਾਰ ਕੋਈ ਸੰਵੇਦਨਸ਼ੀਲਤਾ ਦਿਖਾਉਂਦੀ, ਨਾਲ ਦੀ ਨਾਲ 4 ਅਫਸਰਾਂ ਨੂੰ ਸਸਪੈਂਡ ਕੀਤਾ ਹੁੰਦਾ ਕਿ ਜਿਹੜੇ ਬੰਦਿਆਂ ਨੇ ਗੱਡੀਆਂ ਲੰਘਣ ਦਿੱਤੀਆਂ ਨੇ ਉਹਨਾਂ ਨੇ ਦੱਸੋ ਕੀ ਕੀਤਾ ਹੈ, ਔਰ ਬਲਕਿ ਉਹਨਾਂ ਨੂੰ ਪੁੱਛੋ ਵੀ ਇਹ ਕੌਣ ਸੀ, ਕਿਉਂ ਲੰਘਾਏ ਨੇ ਇਹ, ਠੀਕ ਹੈ ਕਿ ਨਹੀਂ? ਮਤਲਬ ਉਹ ਤੇ ਮੈਂ ਕਹਿਣਾ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਇੰਨੀ ਭੀੜ 'ਚ ਹੋਰ ਕੋਈ ਵੱਡੀ ਘਟਨਾ ਨਹੀਂ ਵਾਪਰ ਗਈ। ਜਿਸ ਕਿਸਮ ਨਾਲ ਉਹ ਗੱਡੀ ਨੂੰ ਅੱਗ ਲੱਗ ਗਈ, ਜੇ ਉਹ ਗੱਡੀ ਨੂੰ ਅੱਗ ਜਨਤਾ ਦੇ ਵਿਚਾਲੇ ਲੱਗੀ ਹੁੰਦੀ, ਜਿੰਨੇ ਗੱਡੀ 'ਚ ਬੈਠੇ ਸੀ ਉਹ ਤੇ ਨੇੜੇ ਤੇੜੇ ਹੋਰ ਕਿੰਨੇ ਬੰਦੇ ਝੁਲਸੇ ਜਾ ਸਕਦੇ ਸੀ, ਮੈਨੂੰ ਨਹੀਂ ਪਤਾ। ਮੈਂ ਸਿੱਧਾ ਇਹ ਨਹੀਂ ਕਹਿੰਦਾ ਉਹ ਅੱਗ ਕਿਹਨੇ ਲਾਈ, ਆਪ ਲੱਗੀ ਜਾਂ ਲਾਈ ਗਈ, ਜਾਂ ਉਹਦੇ ਵਿੱਚ ਕੋਈ ਜਲਨਸ਼ੀਲ ਪਦਾਰਥ ਹੀ ਰੱਖਿਆ ਹੋਵੇ, ਮੈਨੂੰ ਕੀ ਪਤਾ ਹੁਣ ਉਹਦੇ ਵਿੱਚ ਕੀ ਸੀਗਾ। ਸੋ ਇਸ ਕਰਕੇ ਦੂਸਰਾ ਇਹ ਹੈ ਨਾ, ਜਦੋਂ ਵੀ ਜਿਹੜੀ ਹਮਦਰਦੀ ਹੁੰਦੀ ਹੈ, ਹਮਦਰਦੀ ਪੀੜਤ 'ਤੇ ਹੁੰਦੀ ਹੈ, ਹਮਦਰਦੀ ਹਮਲਾਵਰ ਨਾਲ ਨਹੀਂ ਹੁੰਦੀ। ਮਤਲਬ ਜਿਹੜਾ ਹਮਲਾ ਕਰਨ ਆਇਆ ਸੀ ਸਾਰੇ ਲੋਕਾਂ ਦੀ ਉਹਦੇ ਨਾਲ ਹਮਦਰਦੀ ਨਹੀਂ ਹੁੰਦੀ। ਭਾਵੇਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਕਿਸੇ ਵੀ ਮਾਂ ਦਾ ਪੁੱਤ ਮਰਦਾ ਉਹ ਮਾਂ ਨੂੰ ਉਨੀ ਉਹ ਤਕਲੀਫ ਹੈ। ਇਹ ਨਹੀਂ ਮੈਂ ਕਹਿੰਦਾ ਵੀ ਉਹ ਬਹੁਤ ਚੰਗਾ ਹੋਇਆ, ਉਹ ਵੀ ਕਿਸੇ ਦੀ ਮਾਂ ਦੇ ਪੁੱਤ ਤੇ ਉਹਨਾਂ ਦੇ ਵੀ ਕੋਈ ਪਰਿਵਾਰ ਹੋਣਗੇ। ਪਰੰਤੂ ਜੇ ਬੀਜੇਪੀ ਇਸ ਗੱਲ 'ਤੇ ਖੁੱਲ੍ਹ ਕੇ ਬਿਆਨ ਦੇਵੇ ਫਿਰ ਕਿ ਜੀ ਅਸੀਂ ਤਾਂ ਹਮਲਾਵਰਾਂ ਨਾਲ ਹਾਂ, ਫਿਰ ਮਤਲਬ ਇਹਨਾਂ ਨੂੰ ਖੁੱਲ੍ਹ ਕੇ ਬਿਆਨ ਦੇਣਾ ਚਾਹੀਦਾ। ਮੈਨੂੰ ਨਹੀਂ, ਮੈਂ ਗਰੇਵਾਲ ਸਾਹਿਬ ਦਾ ਬਿਆਨ ਨਹੀਂ ਸੁਣਿਆ, ਇਸ ਕਰਕੇ ਮੈਂ ਉਹਨਾਂ 'ਤੇ ਕੋਈ ਕਮੈਂਟ ਨਹੀਂ ਕਰਦਾ। ਪਰ ਇਹਦੇ ਵਿੱਚ ਇਹ ਹੈ ਕਿ ਲੋਕਾਂ ਦੀ ਹਮਦਰਦੀ ਹੈ ਜਿਹੜੀ, ਉਹ ਜਿਹਦੇ ਨਾਲ ਧੱਕਾ ਹੋ ਰਿਹਾ ਹੈ ਉਹਦੇ ਨਾਲ ਹੁੰਦੀ ਹੈ। ਜਿਹੜਾ ਦਿਖਾਈ ਦੇ ਰਿਹਾ ਵੀ ਇਹ ਧੱਕਾ ਕਰ ਰਿਹਾ ਹੈ
ਉਹਦੇ ਨਾਲ ਹਮਦਰਦੀ ਹੁੰਦੀ ਨਹੀਂ। ਮੈਨੂੰ ਇਹ ਗੱਲ ਸਮਝ 'ਚ ਆ ਰਹੀ ਹੈ ਕਿ ਉਹ ਗੱਡੀਆਂ 'ਚ ਜਿਹੜੇ ਬੰਦੇ ਸੀਗੇ ਆਏ, ਉਹ ਉੱਥੇ ਕੀ ਲੈਣ ਆਏ ਸੀ? ਗੱਡੀਆਂ ਚੜਾਉ ਮਤਲਬ ਲੋਕਾਂ ਨੂੰ ਲਤਾੜਨ ਆਏ ਸੀ? ਜੇ ਉਹ ਲਤਾੜਨ ਨਹੀਂ ਆਏ ਸੀ ਫਿਰ ਉਹਨਾਂ ਨਾਲ ਹਮਦਰਦੀ ਕਿਵੇਂ ਹੋਊਗੀ ਜੀ? ਉਹਦਾ ਇਹ ਕਾਰਨ ਹੈ। ਬਾਕੀ ਠੀਕ ਹੈ, ਆਪੋ ਆਪਦਾ ਸਿਆਸੀ ਰੋਟੀਆਂ ਸੇਕਦੇ ਨੇ ਸਾਰੇ, ਉਹ 'ਚ ਇੱਕ ਪਾਰਟੀ ਵਾਲੇ ਨਹੀਂ, ਕੋਈ ਵੀ ਪਿੱਛੇ ਨਹੀਂ ਰਹਿੰਦਾ, ਸਮੇਂ ਦਾ ਮੌਕੇ ਦਾ ਫਾਇਦਾ ਉਠਾ ਕੇ ਉਹ ਸਾਰੇ ਸੇਕਦੇ ਨੇ। ਇਹ ਘਟਨਾ ਕੱਲੀ ਨਿੰਦਣਯੋਗ ਤਾਂ ਸਾਡੇ ਲਈ ਹੈ, ਅਸੀਂ ਲੋਕ ਇਹਦੀ ਨਿੰਦਾ ਕਰੀਏ। ਬੀਜੇਪੀ ਲਈ ਤਾਂ ਇਹ ਘਟਨਾ ਦੇ ਤੱਥ ਫਟਾਫਟ ਮੂਹਰੇ ਧਰ ਕੇ ਉਹਨਾਂ ਨੂੰ ਸਜ਼ਾ ਦੇ ਕੇ ਤਾਂ ਉਹਨਾਂ ਦੀ ਖਲਾਸੀ ਹੁੰਦੀ ਹੈ। ਉਹਨਾਂ ਦੀ ਜ਼ਿੰਮੇਵਾਰੀ ਤਾਂ ਆ ਹੈ, ਨਿੰਦਣਯੋਗ ਕਹਿਣ ਵਾਲੀ ਜ਼ਿੰਮੇਵਾਰੀ ਤਾਂ ਤੁਹਾਡੀ ਤੇ ਮੇਰੀ ਹੈ ਕਿ ਅਸੀਂ ਕਹੀਏ ਕਿ ਇਹ ਘਟਨਾ ਨਿੰਦਣਯੋਗ ਹੈ। ਬੀਜੇਪੀ ਦੇ ਲੀਡਰ ਜੇ ਇਹ ਕਹਿਣ ਵੀ ਇਹ ਘਟਨਾ ਨਿੰਦਣਯੋਗ ਹੈ ਤੇ ਫਿਰ ਨਿੰਦਣੀ ਕਿਹਨੇ ਹੈ? ਸਰਕਾਰ ਕਿਹਦੇ ਹੱਥ 'ਚ ਹੈ ਜੀ? ਐਕਸ਼ਨ ਕਿਹਨੇ ਲੈਣਾ ਹੈ? ਇਹ ਤਾਂ ਉਹਨਾਂ ਨੇ ਲੈਣਾ, ਉਹ ਲੈਣ। ਇਸ ਕਰਕੇ ਉਹ ਮਤਲਬ ਜੇ ਗਰੇਵਾਲ ਸਾਹਿਬ ਨੇ ਇਹ ਗੱਲ ਕਹੀ ਹੈ, ਜੇ ਤੁਹਾਡੀ ਸੱਚ ਮੰਨ ਲਈਏ ਤਾਂ ਚੰਗਾ ਹੁੰਦਾ ਗਰੇਵਾਲ ਸਾਹਿਬ ਫਟਾਫਟ ਮੰਤਰੀ ਦੇ ਬੇਟੇ ਨੂੰ ਅਰੈਸਟ ਕਰਕੇ ਫਿਰ ਇੱਕ ਕੇਸ ਚਲਾਉਂਦੇ ਕਿ ਹੁਣ ਇਹਨਾਂ ਦਾ ਵੀ ਕੇਸ ਚੱਲਣਾ ਚਾਹੀਦਾ, ਇਹਨਾਂ ਦਾ ਵਰਜਨ ਵੀ ਲੈ ਲਓ, ਉਹ ਜ਼ਿਆਦਾ ਬਿਹਤਰ ਹੁੰਦਾ ਮੇਰੇ ਖਿਆਲ ਨਾਲ। ਜੀ ਧਾਲੀਵਾਲ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਜੀ, ਜਿਨ੍ਹਾਂ ਨੇ ਲਖੀਮਪੁਰ ਖੀਰੀ ਦੀ ਘਟਨਾ ਤੇ ਆਮ ਆਦਮੀ ਪਾਰਟੀ ਦੀਆਂ ਮੰਗਾਂ ਤੇ ਹੋਰ ਰਾਜਨੀਤਿਕ ਪ੍ਰਤੀਕਿਰਿਆਵਾਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।